ਬੱਚੋ, ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ। ਅੱਜ ਆਪਾਂ 9ਵੀਂ ਜਮਾਤ ਖੇਤੀਬਾੜੀ ਦਾ 7ਵਾਂ ਪਾਠ ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ ਬਾਰੇ ਪੜਾਂਗੇ। ਜੇ ਅਜੇ ਤੱਕ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦਾ ਬੈਲ ਆਈਕਨ ਬਟਨ ਜ਼ਰੂਰ ਦਬੋ ਤਾਂ ਜੋ ਤੁਹਾਨੂੰ ਇਸ ਪਾਠ ਦੇ ਪ੍ਰਸ਼ਨ ਉੱਤਰ ਵੀ ਸਮੇਂ ਸਿਰ ਮਿਲ ਸਕਣ। ਬੱਚੋ, ਦੁੱਧ ਮਨੁੱਖਤਾ ਲਈ ਬਹੁਤ ਵਧੀਆ ਅਤੇ ਵੱਡਮੁੱਲੀ ਖੁਰਾਕੀ ਵਸਤੂ ਹੈ ਜਿਸ ਦੀ ਖੁਰਾਕੀ ਮਹੱਤਤਾ ਨੂੰ ਅੱਖੋਂ ਓਹਲੇ ਕਰਨਾ ਅਸੰਭਵ ਹੈ। ਇਨਸਾਨ ਦੇ ਜਨਮ ਤੋਂ ਲੈ ਕੇ ਸਾਰੀ ਜ਼ਿੰਦਗੀ ਦੁੱਧ ਦੀ ਵਰਤੋਂ ਕਿਸੇ ਨਾ ਕਿਸੇ ਰੂਪ ਵਿੱਚ ਹੁੰਦੀ ਰਹਿੰਦੀ ਹੈ। ਦੁੱਧ ਸਰੀਰ ਦੇ ਵਧਣ ਫੁੱਲਣ ਲਈ, ਪ੍ਰੋਟੀਨ, ਹੱਡੀਆਂ ਦੀ ਬਣਤਰ ਅਤੇ ਮਜ਼ਬੂਤੀ ਲਈ ਧਾਤਾਂ ਅਤੇ ਸੁਚੱਜੀ ਸਿਹਤ ਲਈ ਤਾਕਤ ਦਾ ਅਹਿਮ ਸੋਮਾ ਹੈ। ਇਸ ਵਿੱਚ ਮੌਜੂਦ ਖੁਰਾਕੀ ਤੱਤ ਬਹੁਤ ਸੌਖੇ ਹਜਮ ਹੋਣ ਵਾਲੇ ਹੁੰਦੇ ਹਨ। ਦੁੱਧ ਦੇ ਇਹਨਾਂ ਸਾਰੇ ਗੁਣਾਂ ਕਰਕੇ ਹੀ ਸਿਆਣੇ ਦੁੱਧ ਪੁੱਤ ਦੀ ਅਸੀਸ ਦਿੰਦੇ ਹਨ। ਦੁੱਧ ਗਰਭਵਤੀ ਔਰਤਾਂ, ਬੱਚਿਆਂ, ਨੌਜਵਾਨਾਂ, ਵੱਡੀ ਉਮਰ ਦੇ ਇਨਸਾਨਾਂ ਅਤੇ ਰੋਗੀਆਂ ਲਈ ਖੁਰਾਕ ਦਾ ਬਹੁਤ ਮਹੱਤਵਪੂਰਨ ਅੰਗ ਹੈ। ਦੁੱਧ ਸ਼ਾਕਾਹਾਰੀ ਪ੍ਰਾਣੀਆਂ ਦੀ ਖੁਰਾਕ ਵਿੱਚ ਹੋਰ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਦੁੱਧ ਉਤਪਾਦਨ ਦਾ ਕੰਮ ਤਾਂ ਹੀ ਲਾਭਕਾਰੀ ਸਿੱਧ ਹੋ ਸਕਦਾ ਹੈ ਜੇ ਉਸ ਦਾ ਮੰਡੀਕਰਨ ਸੁਚੱਜਾ ਹੋਵੇ ਅਤੇ ਪਸ਼ੂ ਪਾਲਕ ਨੂੰ ਦੁੱਧ ਦੀ ਲਾਹੇਵੰਦ ਕੀਮਤ ਮਿਲੇ। ਦੁੱਧ ਉਤਪਾਦਕਾਂ ਦੀਆਂ ਸਹਿਕਾਰੀ ਸਭਾਵਾਂ ਦੁੱਧ ਦੇ ਸੁਚਾਰੂ ਮੰਡੀਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੀਆਂ ਹਨ, ਕਿਉਂਕਿ ਜੇ ਦੁੱਧ ਉਤਪਾਦਨ ਇਕੱਲੇ ਦੁੱਧ ਪੈਦਾ ਕਰਕੇ ਵੇਚਣਾ ਚਾਹਵੇ ਤਾਂ ਉਸ ਦਾ ਦੁੱਧ ਦੇ ਮੰਡੀਕਰਨ ਵਿੱਚ ਲੱਗੇ ਵਪਾਰੀ ਉਸ ਦਾ ਸ਼ੋਸ਼ਣ ਕਰਦੇ ਹਨ ਅਤੇ ਮੁਨਾਫੇ ਦਾ ਵੱਡਾ ਹਿੱਸਾ ਇਹ ਹੀ ਹੜਪ ਕਰ ਜਾਂਦੇ ਹਨ। ਇਕੱਲੇ ਪਸ਼ੂ ਪਾਲਕ ਲਈ ਦੁੱਧ ਪੈਦਾ ਕਰਨਾ, ਦੁੱਧ ਵੇਚਣਾ ਜਾਂ ਦੁੱਧ ਦੇ ਪਦਾਰਥ ਬਣਾ ਕੇ ਵੇਚਣੇ ਬਹੁਤ ਔਖੇ ਹਨ। ਇਸ ਲਈ ਜੇ ਕੁਝ ਪਸ਼ੂ ਪਾਲਕ ਇਕੱਠੇ ਹੋ ਕੇ ਗਰੁੱਪ ਜਾਂ ਸੁਸਾਇਟੀ ਬਣਾ ਕੇ ਇਹ ਸਭ ਕੁਝ ਕਰਨ ਤਾਂ ਉਹ ਆਪਣੀ ਇਸ ਵੱਡਮੁੱਲੀ ਜਿਨਸ ਦਾ ਵਧੇਰੇ ਮੁੱਲ ਪ੍ਰਾਪਤ ਕਰ ਸਕਦੇ ਹਨ। ਦੁੱਧ ਦਾ ਮੰਡੀਕਰਨ। ਦੁੱਧ ਦੇ ਮੰਡੀਕਰਨ ਲਈ ਪੰਜਾਬ ਭਰ ਵਿੱਚ ਸਹਿਕਾਰੀ ਸਭਾਵਾਂ ਬਣਾਈਆਂ ਗਈਆਂ ਹਨ। ਇਹਨਾਂ ਸਹਿਕਾਰੀ ਸਭਾਵਾਂ ਵਿੱਚ ਕਿਸਾਨਾਂ ਨੂੰ ਦੁੱਧ ਦਾ ਵਧੀਆ ਮੁੱਲ ਅਤੇ ਨਾਲ ਹੀ ਪਸ਼ੂਆਂ ਲਈ ਖੁਰਾਕ ਵੀ ਮਿਲ ਜਾਂਦੀ ਹੈ। ਕੁਝ ਪ੍ਰਾਈਵੇਟ ਕੰਪਨੀਆਂ ਵੀ ਪਿੰਡਾਂ ਵਿੱਚੋਂ ਦੁੱਧ ਇਕੱਠੀਆਂ ਕਰਦੀਆਂ ਹਨ। ਇਸ ਤੋਂ ਇਲਾਵਾ ਛੋਟੇ ਪੱਧਰ ਤੇ ਦੋਧੀ ਅਤੇ ਕਿਸਾਨ ਘਰਾਂ ਵਿੱਚੋਂ ਦੁੱਧ ਦੀ ਸਿੱਧੀ ਵਿਕਰੀ ਵੀ ਕਰਦੇ ਹਨ। ਦੁੱਧ ਦੇ ਮੰਡੀਕਰਨ ਵੇਲੇ ਦੁੱਧ ਉਤਪਾਦਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਦੁੱਧ ਦੇ ਮਿਆਰ ਰੱਖਣੇ ਜ਼ਰੂਰੀ ਹਨ। ਜਿਵੇਂ ਗਾਂ ਦੇ ਦੁੱਧ ਵਿੱਚ ਘੱਟੋ ਘੱਟ 4% ਫੈਟ ਅਤੇ 5% SNF ਮਤਲਬ ਸੋਲਿਡ ਨਾਟ ਫੈਟ ਅਤੇ ਮੱਝ ਦੇ ਦੁੱਧ ਵਿੱਚ 6% ਫੈਟ ਅਤੇ 9% SNF ਹੋਣੇ ਚਾਹੀਦੇ ਹਨ। ਇਸੇ ਤਰ੍ਹਾਂ ਦੁੱਧ ਵੇਚਣ ਵੇਲੇ ਦੁੱਧ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਵੀ ਹੇਠ ਲਿਖੇ ਮਿਆਰ ਰੱਖਣੇ ਕਾਨੂੰਨੀ ਤੌਰ ਤੇ ਜ਼ਰੂਰੀ ਹਨ। ਸੋ ਜਿਹੜੇ ਮਿਆਰ ਸਰਕਾਰ ਵੱਲੋਂ ਮਿੱਥੇ ਗਏ ਨੇ ਉਹ ਵੱਖ-ਵੱਖ ਸ਼੍ਰੇਣੀਆਂ ਦੁੱਧ ਦੀ ਜਿਹੜੀਆਂ ਨੇ ਉਹਨਾਂ ਦੀ ਫੈਟ ਕਿੰਨੀ ਹੈ ਤੇ SNF ਕਿੰਨੀ ਹੈ ਉਹ ਰੱਖਣੇ ਬਹੁਤ ਜ਼ਰੂਰੀ ਹੈ। ਨਹੀਂ ਤੇ ਤੁਹਾਡੇ ਤੇ ਕੇਸ ਹੋ ਸਕਦਾ, ਤੁਹਾਨੂੰ ਸਜ਼ਾ ਵੀ ਹੋ ਸਕਦੀ ਹੈ ਜੇ ਉਹ ਘੱਟ ਮਿਆਰੀ ਦੁੱਧ ਆਪਾਂ ਵੇਚ ਰਹੇ ਹਾਂ। ਸਭ ਤੋਂ ਪਹਿਲਾਂ ਟੋਂਡ ਦੁੱਧ ਜਿਹੜਾ ਉਹਦੇ 'ਚ 3% ਫੈਟ ਅਤੇ 8.5% SNF ਹੋਣਾ ਚਾਹੀਦਾ ਹੈ। ਡਬਲ ਟੋਂਡ ਦੁੱਧ 1.5% ਫੈਟ ਅਤੇ 9% SNF ਹੋਣਾ ਚਾਹੀਦਾ ਹੈ। ਸਟੈਂਡਰਡ ਦੁੱਧ ਜਿਹੜਾ ਉਹ 'ਚ 4.5% ਫੈਟ ਅਤੇ 8.5% SNF ਹੋਣਾ ਚਾਹੀਦਾ ਹੈ। ਫਿਰ ਦੁੱਧ ਦੇ ਪਦਾਰਥ ਬਣਾ ਕੇ ਵੇਚਣੇ। ਹੇਠ ਲਿਖੇ ਕਾਰਨਾਂ ਕਰਕੇ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਕਿ ਦੁੱਧ ਦੇ ਪਦਾਰਥ ਬਣਾ ਕੇ ਵੇਚੇ ਜਾਣ। ਸਭ ਤੋਂ ਪਹਿਲਾਂ ਕੱਚਾ ਦੁੱਧ ਬਹੁਤ ਜਲਦੀ ਖਰਾਬ ਹੋ ਜਾਂਦਾ ਹੈ। ਇਸ ਲਈ ਦੁੱਧ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਅਤੇ ਲੰਬੇ ਸਮੇਂ ਤੱਕ ਸੰਭਾਲਣ ਲਈ ਦੁੱਧ ਦੇ ਪਦਾਰਥ ਬਣਾਉਣ ਦੀ ਲੋੜ ਪੈਂਦੀ ਹੈ। ਦੁੱਧ ਵੇਚਣ ਨਾਲੋਂ ਦੁੱਧ ਦੀ ਵਸਤੂਆਂ ਬਣਾ ਕੇ ਵੇਚਣ ਨਾਲ ਵਧੇਰੇ ਲਾਭ ਹੁੰਦਾ ਹੈ। ਜਿਵੇਂ ਦੁੱਧ ਵੇਚਣ ਦੀ ਬਜਾਏ ਜੇ ਦੁੱਧ ਦਾ ਖੋਆ ਬਣਾ ਕੇ ਵੇਚਿਆ ਜਾਵੇ ਤਾਂ ਵਧੇਰੇ ਪੈਸੇ ਵੱਟੇ ਜਾ ਸਕਦੇ ਹਨ ਅਤੇ ਜੇ ਖੋਏ ਦੀ ਮਿਠਾਈ ਬਣਾਈ ਜਾਵੇ ਤਾਂ ਮੁਨਾਫੇ ਦੀ ਦਰ ਹੋਰ ਵੱਧ ਜਾਵੇਗੀ। ਦੁੱਧ ਪਦਾਰਥਾਂ ਦਾ ਦੁੱਧ ਨਾਲੋਂ ਵਜ਼ਨ ਕਾਫੀ ਘੱਟ ਜਾਂਦਾ ਹੈ, ਜਿਸ ਨਾਲ ਢੋਆ ਢੁਆਈ ਦਾ ਖਰਚਾ ਵੀ ਘਟਦਾ ਹੈ ਤੇ ਆਸਾਨੀ ਵੀ ਰਹਿੰਦੀ ਹੈ। ਦੁੱਧ ਪਦਾਰਥਾਂ ਦੇ ਮੰਡੀਕਰਨ ਵਿੱਚ ਦੁੱਧ ਦੇ ਮੰਡੀਕਰਨ ਨਾਲੋਂ ਵਿਚੋਲੇ ਘੱਟ ਹੋਣ ਕਾਰਨ ਵੱਧ ਲਾਭ ਪ੍ਰਾਪਤ ਹੁੰਦਾ ਹੈ। ਦੁੱਧ ਦੇ ਪਦਾਰਥ ਬਣਾ ਕੇ
ਵੇਚਣ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਘਰੇਲੂ ਰੁਜ਼ਗਾਰ ਮਿਲ ਜਾਂਦਾ ਹੈ, ਜਿਸ ਨਾਲ ਵਿਹਲੇ ਸਮੇਂ ਦੀ ਯੋਗ ਵਰਤੋਂ ਵੀ ਹੋ ਜਾਂਦੀ ਹੈ ਅਤੇ ਪਰਿਵਾਰਕ ਆਮਦਨ ਵਿੱਚ ਵਾਧਾ ਵੀ ਹੁੰਦਾ ਹੈ। ਫਿਰ ਦੁੱਧ ਦੇ ਵੱਖ-ਵੱਖ ਪਦਾਰਥ ਕਿਹੜੇ ਬਣਾਏ ਜਾ ਸਕਦੇ ਹਨ? ਦੁੱਧ ਉਤਪਾਦਕ ਦਾ ਨਿਸ਼ਾਨਾ ਤਾਂ ਆਪਣੇ ਕਿੱਤੇ ਵਿੱਚੋਂ ਵੱਧ ਤੋਂ ਵੱਧ ਕਮਾਈ ਕਰਨਾ ਹੀ ਹੁੰਦਾ ਹੈ, ਜਿਸ ਕਰਕੇ ਦੁੱਧ ਦੀਆਂ ਘਰੇਲੂ ਪੱਧਰ ਤੇ ਵਸਤੂਆਂ ਬਣਾਉਣ ਬਾਰੇ ਦਿਲਚਸਪੀ ਕਾਫੀ ਵੱਧ ਰਹੀ ਹੈ। ਦੁੱਧ ਦੇ ਪਦਾਰਥ ਭਾਰਤ ਵਾਸੀਆਂ ਦੀ ਜ਼ਿੰਦਗੀ ਦੇ ਆਰਥਿਕ, ਸਮਾਜਿਕ, ਧਾਰਮਿਕ ਅਤੇ ਖੁਰਾਕੀ ਪਹਿਲੂਆਂ 'ਚ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ ਅਤੇ ਦੁੱਧ ਦੀ ਕੁੱਲ ਪੈਦਾਵਾਰ ਦਾ ਤਕਰੀਬਨ ਅੱਧਾ ਹਿੱਸਾ ਆਮ ਪ੍ਰਚਲਿਤ ਪਦਾਰਥ ਬਣਾਉਣ ਵਿੱਚ ਹੀ ਖਪਤ ਹੋ ਜਾਂਦਾ ਹੈ। ਸਮੇਂ ਦੀ ਲੋੜ ਮੁਤਾਬਕ ਹੇਠ ਲਿਖੇ ਦੁੱਧ ਪਦਾਰਥਾਂ ਨੂੰ ਛੋਟੇ ਪੱਧਰ ਤੇ ਬਣਾ ਕੇ ਆਸਾਨੀ ਨਾਲ ਵੇਚਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਖੋਆ। ਦੁੱਧ ਤੋਂ ਖੋਆ ਬਣਾਉਣ ਲਈ ਦੁੱਧ ਨੂੰ ਕੜਾਹੀ ਵਿੱਚ ਅੱਗ ਤੇ ਗਰਮ ਕੀਤਾ ਜਾਂਦਾ ਹੈ ਅਤੇ ਕਾਫੀ ਸੰਘਣਾ ਹੋਣ ਤੱਕ ਖੁਰਚਣੇ ਨਾਲ ਹਿਲਾਇਆ ਅਤੇ ਖੁਰਚਿਆ ਜਾਂਦਾ ਹੈ। ਇਸ ਤੋਂ ਬਾਅਦ ਕੜਾਹੀ ਨੂੰ ਅੱਗ ਤੋਂ ਲਾ ਕੇ ਠੰਡਾ ਕਰਕੇ ਖੋਏ ਦਾ ਪੇੜਾ ਬਣਾ ਲਿਆ ਜਾਂਦਾ ਹੈ। ਆਮ ਤੌਰ ਤੇ ਗਾਂ ਦੇ 1 ਕਿਲੋਗ੍ਰਾਮ ਦੁੱਧ ਵਿੱਚੋਂ ਲਗਭਗ 200 ਗ੍ਰਾਮ ਅਤੇ ਮੱਝ ਦੇ ਦੁੱਧ ਤੋਂ 250 ਗ੍ਰਾਮ ਖੋਆ ਪ੍ਰਾਪਤ ਹੁੰਦਾ ਹੈ। ਖੋਏ ਨੂੰ ਜ਼ਿਆਦਾ ਦੇਰ ਤੱਕ ਸੰਭਾਲਣ ਲਈ ਇਸ ਨੂੰ ਠੰਡੀ ਥਾਂ ਅਤੇ ਮੋਮੀ ਕਾਗਜ਼, ਪੋਲੀਥੀਨ ਦੇ ਲਿਫਾਫੇ 'ਚ ਲਪੇਟ ਕੇ ਜਾਂ ਟੀਨ ਦੇ ਡੱਬਿਆਂ ਵਿੱਚ ਰੱਖਣਾ ਚਾਹੀਦਾ ਹੈ। ਖੋਏ ਨੂੰ ਆਮ ਤਾਪਮਾਨ ਤੇ 13 ਦਿਨ ਅਤੇ ਕੋਲਡ ਸਟੋਰ ਵਿੱਚ 2.5 ਮਹੀਨੇ ਤੱਕ ਆਸਾਨੀ ਨਾਲ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਫਿਰ ਪਨੀਰ ਤਿਆਰ ਕਰਨ ਲਈ ਉਬਲਦੇ ਦੁੱਧ ਨੂੰ ਲੈਕਟਿਕ ਜਾਂ ਸਿਟਰਿਕ ਐਸਿਡ, ਨਿੰਬੂ ਦਾ ਸੱਤ ਕਿਹਾ ਜਾਂਦਾ ਹੈ, ਨਾਲ ਫਟਾ ਲਿਆ ਜਾਂਦਾ ਹੈ ਅਤੇ ਇਸ ਵਿੱਚੋਂ ਪਾਣੀ ਨਿਚੋੜ ਲਿਆ ਜਾਂਦਾ ਹੈ। ਗਾਂ ਦੇ 1 ਕਿਲੋਗ੍ਰਾਮ ਦੁੱਧ ਤੋਂ ਤਕਰੀਬਨ 180 ਗ੍ਰਾਮ ਅਤੇ ਮੱਝ ਤੇ 1 ਕਿਲੋਗ੍ਰਾਮ ਦੁੱਧ ਤੋਂ 250 ਗ੍ਰਾਮ ਪਨੀਰ ਬਣ ਜਾਂਦਾ ਹੈ। ਫਿਰ ਘਿਓ। ਦੁੱਧ ਵਿੱਚੋਂ ਮੱਖਣ ਜਾਂ ਕਰੀਮ ਕੱਢ ਕੇ ਉਸ ਤੋਂ ਘਿਓ ਬਣਾਇਆ ਜਾਂਦਾ ਹੈ। ਘਿਓ ਦੀ ਅਸਲੀ ਖੁਸ਼ਬੂ ਅਤੇ ਖੁਰਾਕੀ ਤੱਤਾਂ ਦੀ ਸੰਭਾਲ ਲਈ ਇਸ ਨੂੰ ਚੰਗੀ ਤਰ੍ਹਾਂ ਬੰਦ ਕਰਕੇ ਰੱਖਣਾ ਚਾਹੀਦਾ ਹੈ, ਕਿਉਂਕਿ ਰੌਸ਼ਨੀ ਅਤੇ ਹਵਾ ਇਸ ਨੂੰ ਜਲਦੀ ਖਰਾਬ ਕਰ ਦਿੰਦੀਆਂ ਹਨ। ਟੀਨ ਦੇ ਡੱਬਿਆਂ ਵਿੱਚ ਚੰਗੀ ਤਰ੍ਹਾਂ ਸੀਲ ਕੀਤਾ ਘਿਓ 21 ਡਿਗਰੀ ਸੈਲਸੀਅਸ ਤੇ 6 ਮਹੀਨੇ ਤੋਂ 1 ਸਾਲ ਤੱਕ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਜਿਸ ਘਿਓ ਵਿੱਚ ਪਾਣੀ ਦੀ ਮਾਤਰਾ ਲੋੜੀਂਦੀ ਪੱਧਰ ਤੋਂ ਜ਼ਿਆਦਾ ਹੋਵੇਗੀ, ਉਹ ਜਲਦੀ ਖਰਾਬ ਹੋ ਜਾਂਦਾ ਹੈ। ਜਾਗ ਲਗਾ ਕੇ ਬਣਾਏ ਪਦਾਰਥ। ਇਹਨਾਂ ਪਦਾਰਥਾਂ ਵਿੱਚ ਦਹੀਂ ਅਤੇ ਲੱਸੀ ਆਉਂਦੇ ਹਨ, ਜਿਨ੍ਹਾਂ ਦਾ ਸਵਾਦ ਗਾਹਕ ਦੀ ਪਸੰਦ ਮੁਤਾਬਕ ਖੱਟਾ ਤੇ ਮਿੱਠਾ ਹੋ ਸਕਦਾ ਹੈ। ਦੁੱਧ ਵੇਚਣ ਨਾਲੋਂ ਦਹੀਂ ਬਣਾ ਕੇ ਵੇਚਣ ਨਾਲ ਤਕਰੀਬਨ ਦੁੱਗਣੇ ਅਤੇ ਲੱਸੀ ਨਾਲ ਚੌਗੁਣੇ ਪੈਸੇ ਵਟੇ ਜਾ ਸਕਦੇ ਹਨ। ਦੋਹਾਂ ਪਦਾਰਥਾਂ ਨੂੰ ਠੰਡੇ ਤਾਪਮਾਨ ਤੇ ਹੀ ਰੱਖਣਾ ਚਾਹੀਦਾ ਹੈ। ਉਪਰੋਕਤ ਪਦਾਰਥਾਂ ਤੋਂ ਇਲਾਵਾ ਦੁੱਧ ਦੀਆਂ ਹੋਰ ਵਸਤੂਆਂ ਵੀ ਬਣਾਈਆਂ ਜਾ ਸਕਦੀਆਂ ਹਨ, ਜਿਵੇਂ ਖੋਏ ਦੀ ਮਠਿਆਈ, ਚਪੇੜੇ, ਕਲਾਕੰਦ ਅਤੇ ਗੁਲਾਬ ਜਾਮੁਨ, ਛੇਨੇ ਦੀ ਮਠਿਆਈ, ਰਸਗੁੱਲਾ, ਛੈਨਾ ਮੁਰਗੀ, ਖੀਰ, ਰਬੜੀ, ਕੁਲਫੀ ਆਦਿ। ਇਸ ਤੋਂ ਇਲਾਵਾ ਵਪਾਰਿਕ ਪੱਧਰ ਤੇ ਟੋਂਡ, ਡਬਲ ਟੋਂਡ, ਮਿੱਠਾ ਅਤੇ ਸਟੈਂਡਰਡ ਦੁੱਧ ਆਦਿ, ਯੋਗਹਰਟ, ਦਹੀਂ, ਪਨੀਰ, ਸੰਘਣਾ ਦੁੱਧ, ਸਪਰੇਟਾ ਦੁੱਧ, ਦੁੱਧ ਦਾ ਪਾਊਡਰ, ਮੱਖਣ, ਬੱਚਿਆਂ ਲਈ ਦੁੱਧ ਦਾ ਪਾਊਡਰ ਅਤੇ ਕਰੀਮ, ਆਈਸਕ੍ਰੀਮ ਆਦਿ ਪਦਾਰਥ ਵੀ ਤਿਆਰ ਕਰਕੇ ਵੇਚੇ ਜਾ ਸਕਦੇ ਹਨ। ਦੁੱਧ ਪਦਾਰਥਾਂ ਦਾ ਮੰਡੀਕਰਨ ਕਿੱਦਾਂ ਕੀਤਾ ਜਾ ਸਕਦਾ ਹੈ? ਦੁੱਧ ਦੇ ਪਦਾਰਥ ਬਣਾ ਕੇ ਵੇਚਣ ਵੇਲੇ ਮੰਡੀਕਰਨ ਦੇ ਹੇਠ ਲਿਖੇ ਨੁਕਤਿਆਂ ਵੱਲ ਉਚੇਰੇ ਧਿਆਨ ਦੇਣ ਨਾਲ ਵਧੇਰੇ ਲਾਭ ਕਮਾਇਆ ਜਾ ਸਕਦਾ ਹੈ। ਦੁੱਧ ਪਦਾਰਥਾਂ ਸੰਬੰਧੀ ਕਾਨੂੰਨੀ ਮਿਆਰਾਂ ਦਾ ਧਿਆਨ ਰੱਖਣਾ, ਪਦਾਰਥ ਬਣਾਉਣ ਵੇਲੇ ਸਫਾਈ ਦਾ ਧਿਆਨ ਰੱਖਣਾ, ਪਦਾਰਥ ਤੇ ਲੇਬਲ ਲਗਾ ਕੇ ਵੇਚਣਾ, ਫਿਰ ਪਦਾਰਥ ਸੰਬੰਧੀ ਮਸ਼ਹੂਰੀ ਜਾਂ ਇਸ਼ਤਿਹਾਰ ਦੇਣਾ, ਪਦਾਰਥ ਵਿੱਚ ਮਿਆਰੀ ਗੁਣਵੱਤਾ ਰੱਖਣਾ। ਇਸ ਲਈ ਦੁੱਧ ਉਤਪਾਦਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਇਲਾਕੇ ਵਿੱਚ ਆਮ ਪ੍ਰਚਲਿਤ ਦੁੱਧ ਦੇ ਪਦਾਰਥ ਜੋ ਆਸਾਨੀ ਨਾਲ ਬਣਾਏ ਅਤੇ ਵੇਚੇ ਜਾ ਸਕਣ, ਤਿਆਰ ਕਰਕੇ ਆਪਣੇ ਕਿੱਤੇ ਤੋਂ ਵਧੇਰੇ ਲਾਭ ਕਮਾਉਣ, ਕਿਉਂਕਿ ਦੁੱਧ ਦੇ ਧੰਦੇ ਵਿੱਚ ਜ਼ਿਆਦਾ ਮੁਨਾਫਾ ਕਮਾਉਣ ਲਈ ਦੁੱਧ ਤੋਂ ਪਦਾਰਥ ਬਣਾ ਕੇ ਵੇਚਣੇ ਹੀ ਸਫਲਤਾ ਦੀ ਕੁੰਜੀ ਸਿੱਧ ਹੋਵੇਗੀ। ਦੁੱਧ ਉਤਪਾਦਕਾਂ ਨੂੰ ਜ਼ਿਆਦਾ ਲਾਭ ਪ੍ਰਾਪਤ ਕਰਨ ਲਈ ਇਕੱਠੇ ਹੋ ਕੇ ਸਹਿਕਾਰੀ ਸਭਾਵਾਂ ਬਣਾਉਣੀਆਂ ਚਾਹੀਦੀਆਂ ਹਨ। ਇਹ ਸਹਿਕਾਰੀ ਸਭਾ ਕਿਸੇ ਸਿਖਲਾਈ ਪ੍ਰਾਪਤ ਕਾਰੀਗਰ ਨੂੰ ਨੌਕਰੀ ਤੇ ਰੱਖ ਕੇ ਦੁੱਧ ਦੇ ਵੱਖ-ਵੱਖ ਪਦਾਰਥ ਤਿਆਰ ਕਰਕੇ ਦੁੱਧ ਉਤਪਾਦਕਾਂ ਲਈ
ਦੁੱਧ ਦੀ ਵਾਜਬ ਕੀਮਤ ਹਾਸਲ ਕਰ ਸਕਦੇ ਹੈ। ਆਮ ਪ੍ਰਚਲਿਤ ਪਦਾਰਥਾਂ ਤੋਂ ਇਲਾਵਾ ਕੁਝ ਕਿਸਾਨਾਂ ਨੂੰ ਵਪਾਰਿਕ ਪੱਧਰ ਤੇ ਆਧੁਨਿਕ ਤਕਨੀਕਾਂ ਨਾਲ ਵੀ ਦੁੱਧ ਦੇ ਪਦਾਰਥ ਬਣਾਉਣ ਵਿੱਚ ਅੱਗੇ ਆਉਣਾ ਚਾਹੀਦਾ ਹੈ। ਇਸ ਸੰਬੰਧੀ ਵਧੇਰੇ ਤਕਨੀਕੀ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਅਤੇ ਨੈਸ਼ਨਲ ਡੇਅਰੀ ਖੋਜ ਇੰਸਟੀਚਿਊਟ ਕਰਨਾਲ ਤੋਂ ਲਈ ਜਾ ਸਕਦੀ ਹੈ। ਸੋ ਬੱਚੋ, ਇਸ ਸਾਡੇ 9ਵੇਂ ਪਾਠ ਦਾ 7ਵਾਂ ਪਾਠ। ਇਸ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਇਸ ਪਾਠ ਦੇ ਪ੍ਰਸ਼ਨ ਉੱਤਰ ਦੇ ਨੋਟੀਫਿਕੇਸ਼ਨ ਸਮੇਂ ਸਿਰ ਪ੍ਰਾਪਤ ਹੋ ਸਕੇ। ਧੰਨਵਾਦ।